Dear student, in today's lecture, we are going to discuss the second application of dimensions analysis. फस्ट एप्लीकेशन च असी सिक्ख्या कि जेकर साडे कोल कोई फिजिकल रिलेशन गिवन है, कोई फॉर्मूला सानू दिता होया है, असी चेक कर सकते हैं वैदर द फॉर्मूला इज डायमेंशनली करैक्ट और नॉट। कि वो फॉर्मूला करैक्ट है कि इनकरैक्ट है, असी चेक कर सकते हैं विद द हेल्प ऑफ डायमेंशन। ਉਹਦੇ ਵਿੱਚ ਅਸੀਂ ਜਿਹੜਾ ਹੈ ਪ੍ਰਿੰਸੀਪਲ ਆਫ ਹੋਮੋਜੀਨਿਟੀ ਜਿਹੜਾ ਹੈ ਉਹ ਵੀ ਅਪਲਾਈ ਕੀਤਾ ਕਿ ਹਰ ਇੱਕ ਟਰਮ ਦੀ ਜਿਹੜੀ ਹੈ ਡਾਈਮੈਂਸ਼ਨ ਜਿਹੜੀ ਹੈ ਉਸ ਫਿਜ਼ੀਕਲ ਰਿਲੇਸ਼ਨ ਦੇ ਵਿੱਚ ਸੇਮ ਹੋਣੀ ਚਾਹੀਦੀ ਹੈ। ਜੇ ਹਰ ਇੱਕ ਟਰਮ ਦੀ ਡਾਈਮੈਂਸ਼ਨ ਸੇਮ ਆ ਗਈ ਤੇ ਅਸੀਂ ਕਿਹਾ ਸੀ ਕਿ ਇਹ ਫਾਰਮੂਲਾ ਜਿਹੜਾ ਹੈ ਡਾਈਮੈਂਸ਼ਨਲੀ ਜਿਹੜਾ ਕਰੈਕਟ ਹੈ। ਨਾਓ ਟੁਡੇ ਵੀ ਆਰ ਗੋਇੰਗ ਟੂ ਡਿਸਕਸ ਦ ਸੈਕੰਡ ਐਪਲੀਕੇਸ਼ਨ। ਸਾਡੀ ਅੱਜ ਦੀ ਜਿਹੜੀ ਐਪਲੀਕੇਸ਼ਨ ਹੈ ਡਿਰਾਈਵਿੰਗ ਰਿਲੇਸ਼ਨਸ਼ਿਪ ਬਿਟਵੀਨ ਫਿਜ਼ੀਕਲ ਕੁਆਂਟੀਟੀਜ਼। ਅੱਜ ਅਸੀਂ ਫਾਰਮੂਲਾ ਜਿਹੜਾ ਕਰੈਕਟ ਇਨਕਰੈਕਟ ਉਹ ਨਹੀਂ ਚੈੱਕ ਕਰਨਾ, ਅੱਜ ਅਸੀਂ ਜਿਹੜਾ ਫਾਰਮੂਲਾ ਡਿਰਾਈਵ ਕਰਾਂਗੇ। ਕੋਈ ਵੀ ਫਾਰਮੂਲਾ ਹੈ, ਫੋਰ ਐਗਜ਼ਾਮਪਲ ਸਾਨੂੰ ਪਤਾ ਹੈ ਜਿਸ ਤਰ੍ਹਾਂ ਨਿਊਟਨ ਦਾ ਸੈਕੰਡ ਲਾਅ ਅਸੀਂ ਪੜਿਆ F = ma। ਇਸ ਫਾਰਮੂਲੇ ਨੂੰ ਅਸੀਂ ਡਿਰਾਈਵ ਕਰ ਸਕਦੇ ਹਾਂ, ਬਣਾ ਸਕਦੇ ਹਾਂ ਬਾਈ ਯੂਜ਼ਿੰਗ ਡਾਇਮੈਂਸ਼ਨ। ਡਾਇਮੈਂਸ਼ਨ ਦੇ ਨਾਲ ਇਹ ਫਾਰਮੂਲਾ ਡਰਾਈਵ ਕੀਤਾ ਜਾ ਸਕਦਾ ਹੈ। ਫੋਰ ਐਗਜ਼ਾਮਪਲ ਇੱਕ ਸਾਡੇ ਕੋਲ ਫਾਰਮੂਲਾ ਮੰਨ ਲਓ ਕਾਈਨੈਟਿਕ એનર્ਜੀ ਦਾ ਫਾਰਮੂਲਾ ਤੁਸੀਂ ਪੜਿਆ 12 mv²। ਇਸ ਤਰ੍ਹਾਂ ਦੇ ਜਿਹੜੇ ਫਾਰਮੂਲੇ ਨੇ ਅੱਜ ਅਸੀਂ ਜਿਹੜਾ ਡਰਾਈਵ ਕਰਾਂਗੇ ਔਨ ਦਾ ਬੇਸਿਸ ਆਫ ਡਾਇਮੈਂਸ਼ਨ ਐਨਾਲਿਸਿਸ। ਨਾਓ ਸਭ ਤੋਂ ਪਹਿਲਾਂ ਅਸੀਂ ਇੱਕ ਪ੍ਰੋਬਲਮ ਜਿਹੜੀ ਹੈ ਬਲੈਕ ਬੋਰਡ ਤੇ ਲਿਖੀ ਹੈ, ਇਸ ਨੂੰ ਜਰਾ ਧਿਆਨ ਨਾਲ ਦੇਖਣਾ। ਇਹਦੇ ਵਿੱਚ ਕੁਝ ਕੁੰਡੀਆਂ ਨੇ, ਇਹਨੂੰ ਬੜੇ ਧਿਆਨ ਨਾਲ ਸੁਣਨਾ। ਡਰਾਈਵ ਐਨ ਐਕਸਪ੍ਰੈਸ਼ਨ ਫॉर ਟਾਈਮ ਪੀਰੀਅਡ। ਸਭ ਨਾਲੋਂ ਪਹਿਲਾਂ ਤੁਸੀਂ ਜਿਹੜਾ ਨਿਊਮੈਰੀਕਲ ਗਿਵਨ ਹੈ ਉਹਦੇ ਵਿੱਚ ਇੱਕ ਚੀਜ਼ ਲੱਭਣੀ ਹੈ ਜਿਹਦਾ ਫਾਰਮੂਲਾ ਤੁਸੀਂ ਡਰਾਈਵ ਕਰਨਾ ਹੈ। ਉਹ ਸਭ ਨਾਲੋਂ ਪਹਿਲਾਂ ਤੁਸੀਂ ਉਹ ਚੀਜ਼ ਨੂੰ ਜਿਹੜਾ ਹੈ ਫਾਈਂਡ ਆਊਟ ਕਰਨਾ ਹੈ। ਫੋਰ ਐਗਜ਼ਾਮਪਲ ਇੱਥੇ ਦੇਖੋ ਡਰਾਈਵ ਨਿਕਾਲੋ, ਐਕਸਪ੍ਰੈਸ਼ਨ ਬਣਾਓ, ਫਾਰਮੂਲਾ ਡਰਾਈਵ ਕਰੋ। ਕਾਹਦੇ ਵਾਸਤੇ? ਟਾਈਮ ਪੀਰੀਅਡ ਆਫ ਸਿੰਪਲ ਪੈਂਡੂਲਮ। ਇਹਦਾ ਮਤਲਬ ਸਾਡਾ ਜਿਹੜਾ ਮੇਨ ਕੁਐਸਚਨ ਹੈ ਉਹਦਾ ਮੇਨ ਫੋਕਸ ਕੀ ਹੈ ਕਿ ਅੱਜ ਅਸੀਂ ਟਾਈਮ ਪੀਰੀਅਡ ਸਿੰਪਲ ਪੈਂਡੂਲਮ ਦਾ ਉਹਦਾ ਜਿਹੜਾ ਹੈ ਫਾਰਮੂਲਾ ਡਰਾਈਵ ਕਰਨਾ ਹੈ। ਨਾਓ ਜਿਸ ਚੀਜ਼ ਦਾ ਫਾਰਮੂਲਾ ਡਰਾਈਵ ਕਰਨਾ ਹੈ ਉਹ ਤੁਸੀਂ ਕੀ ਕਰਨਾ ਹੈ, ਇੱਕ ਸਾਈਡ ਤੇ ਲਿਖ ਲੈਣਾ ਜਿਹਦਾ ਫਾਰਮੂਲਾ ਡਰਾਈਵ ਕਰਨਾ ਹੈ ਟਾਈਮ ਪੀਰੀਅਡ। ਇਹ ਟਾਈਮ ਪੀਰੀਅਡ ਕਿਹਦਾ ਹੈ? ਸਿੰਪਲ ਪੈਂਡੂਲਮ। ਜਿਸ ਤਰ੍ਹਾਂ ਤੁਸੀਂ ਉਹ ਕਲੌਕ ਦਾ ਪੈਂਡੂਲਮ ਦੇਖਦੇ ਜੇ, ਪਿਛਲੇ ਲੈਕਚਰ 'ਚ ਮੈਂ ਡਿਸਕਸ ਕੀਤਾ। ਨਾਓ ਦਿਸ ਇਜ਼ ਦਾ ਟਾਈਮ ਪੀਰੀਅਡ ਆਫ ਅ ਸਿੰਪਲ ਪੈਂਡੂਲਮ। ਪਹਿਲਾਂ ਤੇ ਉਹ ਆਪਾਂ ਲੱਭ ਲਿਆ ਕਿ ਕਿਹਦਾ ਫਾਰਮੂਲਾ ਬਣਾਉਣਾ ਹੈ। ਉਸ ਤੋਂ ਬਾਅਦ ਤੁਸੀਂ ਕੀ ਫਾਈਂਡ ਆਊਟ ਕਰਨਾ ਹੈ ਕਿ ਇਹ ਟਾਈਮ ਪੀਰੀਅਡ ਕਿਸ ਫੈਕਟਰ ਦੇ ਉੱਤੇ ਡਿਪੈਂਡ ਕਰਦਾ ਹੈ। ਹੁਣ ਸਾਡਾ ਮੇਨ ਫੋਕਸ ਹੈ ਕਿ ਅਸੀਂ ਫਾਈਂਡ ਕਰਨਾ ਹੈ ਕਿ ਜਿਹਦਾ ਫਾਰਮੂਲਾ ਡਰਾਈਵ ਕਰਨਾ ਹੈ ਉਹ ਕਿਹੜੇ ਫੈਕਟਰ ਦੇ ਉੱਪਰ ਡਿਪੈਂਡ ਕਰਦਾ ਹੈ। ਨਾਓ ਸਿੰਪਲ ਪੈਂਡੂਲਮ ਅਸਿਊਮਿੰਗ ਥੈਟ, ਮੰਨ ਕੇ ਚੱਲੇ ਹਾਂ, ਇਟ ਡਿਪੈਂਡ ਅਪਨ, ਇਟ ਦਾ ਮਤਲਬ ਟਾਈਮ ਪੀਰੀਅਡ। ਟਾਈਮ ਪੀਰੀਅਡ ਡਿਪੈਂਡ ਅਪਨ ਨੰਬਰ 1। ਟਾਈਮ ਪੀਰੀਅਡ ਕਿਹਦੇ ਉੱਤੇ ਡਿਪੈਂਡ ਕਰਦਾ ਹੈ? ਮਾਸ ਆਫ ਦੀ ਬੌਬ। ਜਿਹੜਾ ਉਹ ਪੈਂਡੂਲਮ ਦੇ ਥੱਲੇ ਇੱਕ ਅਸੀਂ ਪੁਆਇੰਟ ਮਾਸ ਅਟੈਚ ਕੀਤਾ ਹੁੰਦਾ, ਜਿਸ ਤਰ੍ਹਾਂ ਅਸੀਂ ਡੋਰ ਲੈ ਲਈਏ, ਡੋਰ ਦੇ ਨਾਲ ਇੱਕ ਪੱਥਰ ਅਟੈਚ ਕਰ ਦਈਏ ਤੇ ਇਹਨੂੰ ਅਸੀਂ ਇਸ ਤਰ੍ਹਾਂ ਕਰਕੇ ਹਿਲਾਓਗੇ, ਇਟ ਵਿਲ ਸਟਾਰਟ ਆਸਿਲੇਟ, ਇਸ ਤਰ੍ਹਾਂ ਮੂਵ ਕਰੇਗਾ। ਉਹ ਜਿਹੜਾ ਪੱਥਰ ਹੈ ਉਹਨੂੰ ਅਸੀਂ ਜ਼ੂਮ ਕਰ ਸਕਦੇ ਹਾਂ ਇੱਕ ਪੁਆਇੰਟ ਮਾਸ, ਤੇ ਉਹਨੂੰ ਬੋਲਦੇ ਹਾਂ ਬੌਬ। ਨਾਓ ਟਾਈਮ ਪੀਰੀਅਡ ਕਾਤੇ ਡਿਪੈਂਡ ਕਰਦਾ ਹੈ? ਮਾਸ ਆਫ ਦੀ ਬੌਬ, ਮਾਸ ਦੇ ਉੱਪਰ ਡਿਪੈਂਡ ਕਰਦਾ ਹੈ। ਬਟ ਇਹਨੇ ਸਾਨੂੰ ਨਹੀਂ ਦੱਸਿਆ ਕਿ ਮਾਸ ਦੇ ਡਾਇਰੈਕਟਲੀ ਡਿਪੈਂਡ ਕਰਦਾ ਹੈ ਕਿ ਮਾਸ ਦੇ ਇਨਵਰਸਲੀ ਡਿਪੈਂਡ ਕਰਦਾ ਹੈ, ਮਾਸ ਦੀ ਕਿਹੜੀ ਪਾਵਰ ਉੱਤੇ ਡਿਪੈਂਡ ਕਰਦਾ ਹੈ। ਇਹਨੇ ਸਾਨੂੰ ਕੋਈ ਆਨਸਰ ਜਿਹੜਾ ਹੈ ਨਹੀਂ ਦਿੱਤਾ। ਫੋਰ ਐਗਜ਼ਾਮਪਲ ਇਸ ਤਰ੍ਹਾਂ ਵੀ ਡਿਪੈਂਡ ਕਰ ਸਕਦਾ ਹੈ, ਮਾਸ d2 ਹੋ ਸਕਦਾ ਇਸ ਤਰ੍ਹਾਂ ਡਿਪੈਂਡ ਕਰੇ, ਮਾਸ ਟੂ ਦੀ ਪਾਵਰ ਜਿਹੜੀ -1, ਇਹਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ।
ਬਸ ਉਹਨੇ ਇੰਨਾ ਕਿਹਾ ਹੈ ਕਿ ਸਿਰਫ ਉਹ ਮਾਸ ਤੇ ਡਿਪੈਂਡ ਕਰਦਾ ਹੈ, ਸਾਨੂੰ ਆ ਦੱਸਿਆ ਨਹੀਂ ਕਿ ਡਾਇਰੈਕਟਲੀ ਡਿਪੈਂਡ ਕਰਦਾ ਹੈ ਕਿ ਇਨਵਰਸਲੀ ਡਿਪੈਂਡ ਕਰਦਾ ਹੈ, ਉਹਦੀ ਕਿਹੜੀ ਪਾਵਰ ਉੱਪਰ ਡਿਪੈਂਡ ਕਰਦਾ ਹੈ, ਸਾਨੂੰ ਹਲੇ ਕੁਝ ਨਹੀਂ ਪਤਾ। ਉਹ ਅਸੀਂ ਫਾਈਂਡ ਆਪ ਕਰਾਂਗੇ ਵਿਦ ਦਾ ਹੈਲਪ ਆਫ ਡਾਈਮੈਂਸ਼ਨਸ। ਨਾਓ ਇਟ ਡਿਪੈਂਡ ਅਪਨ ਦਾ ਮਾਸ। ਜੇ ਮਾਸ ਉੱਪਰ ਡਿਪੈਂਡ ਕਰਦਾ ਹੈ, ਅਸੀਂ ਕੀ ਕਰਦੇ ਹਾਂ, ਇੱਥੇ ਇੱਕ ਪ੍ਰਪੋਰਸ਼ਨ ਦਾ ਨਿਸ਼ਾਨ ਆਪਾਂ ਸਾਈਨ ਪਾ ਲਿਆ, ਅੱਗੇ ਲਿਖ ਦਿੱਤਾ m, ਮਾਸ ਉੱਪਰ ਜਿਹੜਾ ਹੈ ਇਹ ਡਿਪੈਂਡ ਕਰਦਾ। ਹੁਣ ਕਿਹੜੀ ਪਾਵਰ ਹੈ ਸਾਨੂੰ ਨਹੀਂ ਪਤਾ, ਅਸੀਂ ਉੱਪਰ ਆਪਣੀ ਵੱਲੋਂ ਪਾਵਰ ਜਿਹੜੀ ਹੈ a ਲਗਾ ਦਿੱਤੀ ਕਿ ਕਿਹੜੀ ਪਾਵਰ ਤੇ ਡਿਪੈਂਡ ਕਰਦਾ, ਉਹ ਫਾਈਂਡ ਆਊਟ ਕਰਾਂਗੇ, ਉਹਦੇ ਉੱਪਰ ਅਸੀਂ a ਲਗਾ ਦਿੱਤਾ, ਉਹ ਅਸੀਂ ਕੈਲਕੂਲੇਸ਼ਨ ਕਰਾਂਗੇ। ਨਾਓ ਦੂਸਰਾ ਨੰਬਰ 2, ਇਟ ਆਲਸੋ ਡਿਪੈਂਡ ਔਨ ਲੈਂਥ ਆਫ ਦੀ ਪੈਂਡੂਲਮ L। ਲੈਂਥ ਉੱਪਰ ਵੀ ਡਿਪੈਂਡ ਕਰ ਰਿਹਾ ਹੈ, ਵੈਦਰ ਡਾਇਰੈਕਟਲੀ ਵੈਦਰ ਇਨਵਰਸਲੀ, ਕਿਹੜੀ ਪਾਵਰ ਹੈ, ਸਕੁਅਰ ਰੂਟ ਤੇ ਆ ਕਿ ਸਕੁਅਰ ਤੇ ਆ, ਵੀ ਡੋਂਟ ਨੋ ਐਨੀਥਿੰਗ। ਅਸੀਂ ਕੀ ਲਿਖਾਂਗੇ, ਨਾਲ ਹੀ ਅਸੀਂ ਇਹਦੇ ਨਾਲ L ਲਗਾਵਾਂਗੇ ਤੇ ਉਹਦੇ ਉੱਤੇ ਜਿਹੜਾ ਹੈ ਅਸੀਂ ਪਾਵਰ ਪਾ ਦਾਂਗੇ B, ਜਸਟ ਮਲਟੀਪਲਾਈ ਕਰਨਾ ਹੈ। ਟਾਈਮ ਪੀਰੀਅਡ ਮਾਸ ਤੇ ਡਿਪੈਂਡ ਕਰਦਾ ਹੈ, ਟਾਈਮ ਪੀਰੀਅਡ ਲੈਂਥ ਦੇ ਉੱਪਰ ਵੀ ਜਿਹੜਾ ਹੈ ਉਹ ਡਿਪੈਂਡ ਕਰ ਰਿਹਾ ਹੈ। ਇਹ A ਤੇ B ਇਸ ਕਰਕੇ ਪਾਏ ਨੇ, ਅਸੀਂ ਇੱਥੋਂ ਪਤਾ ਲੱਗੇਗਾ ਬਾਅਦ ਚ ਸਾਨੂੰ ਡਾਇਰੈਕਟਲੀ ਹੈ ਕਿ ਇਨਵਰਸਲੀ ਹੈ। ਨਾਓ ਥਰਡ ਪੁਆਇੰਟ, ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ, ਜਿਸ ਨੂੰ ਅਸੀਂ ਸਮਾਲ g ਲਿਖਦੇ ਹਾਂ। ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਤੇ ਵੀ ਡਿਪੈਂਡ ਕਰਦਾ ਹੈ। ਨਾਓ ਇੱਥੇ ਆ ਜਾਏਗਾ ਸਾਡੇ ਕੋਲ ਸਮਾਲ g ਤੇ ਉੱਪਰ ਆ ਜਾਏਗਾ ਸਾਡੇ ਕੋਲ c ਆ ਜਾਏਗਾ। ਨਾਓ ਦਿਸ ਇਜ਼ ਯੂਅਰ ਫਸਟ ਇਕੁਏਸ਼ਨ। ਇਹ ਸਾਡੀ ਜਿਹੜੀ ਹੈ ਫਸਟ ਇਕੁਏਸ਼ਨ ਹੈ। ਇਹਨੂੰ ਹਲੇ ਆਪਾਂ ਕੀ ਕਰਦੇ ਹਾਂ, ਜਦੋਂ ਵੀ ਪ੍ਰਪੋਰਸ਼ਨਲ ਦਾ ਸਾਈਨ ਹੋਵੇ ਉਹਨੂੰ ਜਿਹੜਾ ਹੈ ਉਥੋਂ ਅਮਿਟ ਕਰਕੇ ਅਸੀਂ ਇੱਥੇ ਕੋਈ ਨਾ ਕੋਈ ਲਗਾ ਦਿੰਦੇ ਹਾਂ ਕਾਂਸਟੈਂਟ। ਕਾਂਸਟੈਂਟ ਆਪਣੀ ਵੱਲੋਂ ਕੋਈ ਲਗਾ ਦੇਣਾ ਹੈ ਅਸੀਂ k। ਇਸ ਕਾਂਸਟੈਂਟ ਦੀ ਵੈਲਿਊ ਡਾਈਮੈਂਸ਼ਨ ਤੋਂ ਨਹੀਂ ਨਿਕਾਲੀ ਜਾਂਦੀ, ਇਹ ਅਸੀਂ ਐਕਸਪੈਰੀਮੈਂਟਲੀ ਫਾਈਂਡ ਆਊਟ ਕਰਦੇ ਹਾਂ। ਹੁਣ ਇਹ ਪ੍ਰਪੋਰਸ਼ਨਲ ਤੇ ਅੱਗੇ ਇਕੁਅਲ ਪਾ ਕੇ ਮੈਂ k ਲਗਾਤਾ। ਫੋਰ ਐਗਜ਼ਾਮਪਲ ਇਹਦਾ ਕੀ ਮਤਲਬ ਹੈ, ਪਹਿਲਾਂ ਆ ਦੇਖੋ। ਮੰਨ ਲਓ ਮੈਂ ਕਹਿੰਦਾ ਹੈ ਕਿ ਸਾਡੇ ਕੋਲ ਜਿਹੜਾ ਹੈ y ਤੇ ਇਧਰ x ਹੈ, ਇੱਥੇ ਅਸੀਂ ਵਿੱਚ ਪ੍ਰਪੋਰਸ਼ਨਲ ਦਾ ਨਿਸ਼ਾਨ ਪਾਤਾ। ਇਹਦਾ ਮਤਲਬ ਹੈ ਕਿ ਜੇਕਰ x ਦੀ ਵੈਲਿਊ ਇੰਕਰੀਜ਼ ਹੋਏਗੀ ਤੇ y ਦੀ ਵੈਲਿਊ ਵੀ ਇੰਕਰੀਜ਼ ਹੋਏਗੀ, ਉਹਦੇ ਪ੍ਰਪੋਰਸ਼ਨਲ ਹੈ। ਜੇ ਇੱਕ ਵਧੇਗਾ ਤੇ ਦੂਸਰਾ ਵੀ ਵਧੇਗਾ, ਪਰ ਸਾਨੂੰ ਹਲੇ ਪੂਰਾ ਐਗਜ਼ੈਕਟ ਨਹੀਂ ਪਤਾ ਕਿ ਕਿੰਨਾ ਵਧੇਗਾ। ਤੇ ਜੇ ਮੈਂ ਇੱਥੇ ਇਕੁਅਲ ਪਾ ਕੇ ਇੱਥੇ 2 ਲਗਾ ਦੇਣਾ ਹੈ, ਇਹਦਾ ਮਤਲਬ x ਦੀ ਵੈਲਿਊ ਵਧੇਗੀ ਤੇ y ਦੀ ਵੀ ਵਧੇਗੀ। ਪਰ ਇੱਥੇ ਸਾਨੂੰ ਸਾਫ਼ ਪਤਾ ਲੱਗ ਗਿਆ ਕਿ ਜਿਹੜੀ y ਦੀ ਵੈਲਿਊ ਹੈ ਉਹ x ਦੇ 2 ਟਾਈਮਸ ਹੈ। ਹੈਗੇ ਪ੍ਰਪੋਰਸ਼ਨਲ ਹੀ ਹੈ, ਪਰ ਸਾਨੂੰ ਐਗਜ਼ੈਕਟ ਨੰਬਰ ਪਤਾ ਲੱਗ ਗਿਆ ਕਿ y ਦੀ ਵੈਲਿਊ ਹਮੇਸ਼ਾ x ਦੇ ਡਬਲ ਹੋਏਗੀ। ਇਹਦਾ ਮਤਲਬ ਪ੍ਰਪੋਰਸ਼ਨਲ ਦੇ ਵਿੱਚ ਸਾਨੂੰ ਕੋਈ ਕੰਪਲੀਟ ਇਨਫੋਰਮੇਸ਼ਨ ਨਹੀਂ ਮਿਲਦੀ। ਸਾਨੂੰ ਇੰਨਾ ਪਤਾ ਲੱਗਦਾ ਹੈ ਕਿ ਇੱਕ ਚੀਜ਼ ਵਧਣ ਦੇ ਨਾਲ ਦੂਜਾ ਵਧੇਗਾ, ਬਟ ਹਾਊ ਮਚ ਟਾਈਮ, ਉਹਦੀ ਪੂਰੀ ਐਗਜ਼ੈਕਟ ਵੈਲਿਊ ਫਾਈਂਡ ਆਊਟ ਕਰਨ ਵਾਸਤੇ ਅਸੀਂ ਕੀ ਕਰਦੇ ਹਾਂ, ਪ੍ਰਪੋਰਸ਼ਨਲ ਤੋਂ ਬਾਅਦ ਐਕਸਪੈਰੀਮੈਂਟਲੀ ਜਿਹੜਾ ਹੈ ਫਾਈਂਡ ਆਊਟ ਕਰਦੇ ਹਾਂ। ਉਹ ਇਕੁਅਲ ਲਗਾ ਕੇ ਅਸੀਂ k ਲਗਾਤਾ। ਹੁਣ k ਦੀ ਵੈਲਿਊ ਤੇ ਸਿਰਫ ਐਕਸਪੈਰੀਮੈਂਟਲੀ ਹੀ ਫਾਈਂਡ ਕੀਤੀ ਜਾ ਸਕਦੀ ਹੈ। ਤੁਸੀਂ ਹਮੇਸ਼ਾ ਉਸ ਜਗ੍ਹਾ ਦੇ ਉੱਤੇ k ਲਗਾਉਣਾ ਹੈ ਹਰ ਇੱਕ ਨੂਮੈਰੀਕਲ ਦੇ ਵਿੱਚ, ਤੇ ਕਈ ਵਾਰੀ ਸਾਨੂੰ ਇਸ ਕਾਂਸਟੈਂਟ ਦੀ ਵੈਲਿਊ ਵਿੱਚ ਹੀ ਗਿਵਨ ਹੋਏਗੀ। ਨਾਓ ਕਮ ਟੂ ਮੇਨ ਪ੍ਰੋਬਲਮ, t ਇਕੁਅਲ ਟੂ k, ਉੱਪਰ ਆ ਗਿਆ ਸਾਡੇ ਕੋਲ m ਦੀ ਪਾਵਰ a, l ਦੀ ਪਾਵਰ b, g ਦੀ ਪਾਵਰ c। ਦਿਸ ਇਜ਼ ਇਕੁਏਸ਼ਨ ਨੰਬਰ 1। ਇਹ ਸਾਡੇ ਕੋਲ ਜਿਹੜੀ ਹੈ ਇਕੁਏਸ਼ਨ ਜਿਹੜੀ ਹੈ ਉਹ 1 ਆ ਗਈ। ਨਾਓ ਇੱਕ ਮੋਰ ਇੰਪੋਰਟੈਂਟ ਜਿਹੜਾ ਹੈ ਪੁਆਇੰਟ ਹੈ ਇੱਥੇ, ਜਦੋਂ ਵੀ ਸਾਨੂੰ ਇਹ ਨਿਊਮੈਰੀਕਲ ਆਏਗਾ ਇਹਦੇ ਵਿੱਚ ਧਿਆਨ ਰੱਖਣਾ ਹੈ ਕਿ ਸਾਨੂੰ ਜਿਹੜਾ ਹੈ 3 ਫੈਕਟਰ ਜਿਹੜੇ ਦਿੱਤੇ ਹੋਣੇ ਨੇ। ਸਾਨੂੰ 3 ਚਾਹੀਦੇ ਆ, 3 ਤੋਂ ਵੱਧ ਫੈਕਟਰ ਨਹੀਂ ਹੋਣੇ ਚਾਹੀਦੇ, ਕਿਉਂਕਿ ਸਾਡੀ ਫੰਡਾਮੈਂਟਲ ਕੁਆਂਟੀਟੀਜ਼ ਜਿਹੜੀਆਂ ਅਸੀਂ ਲੈ ਕੇ ਚੱਲਦੇ ਹਾਂ ਉਹ ਬੇਸਿਕ 3 ਹੀ ਹਨ, ਮਾਸ, ਲੈਂਥ ਤੇ ਟਾਈਮ। ਉਹਦੇ ਅਕੋਰਡਿੰਗ ਸਾਡੇ ਕੋਲ ਸਿਰਫ ਜਿਹਦਾ ਫਾਰਮੂਲਾ ਡਰਾਈਵ ਕਰਨਾ ਹੈ ਉਹ 3 ਫੈਕਟਰ ਦੇ ਉੱਪਰ ਜਿਹੜਾ ਹੈ ਡਿਪੈਂਡ ਕਰਨਾ ਚਾਹੀਦਾ ਹੈ। ਕਈ ਵਾਰੀ ਨਿਊਮੈਰੀਕਲ ਦੇ ਵਿੱਚ ਸਾਨੂੰ 4 ਫੈਕਟਰ ਦਿੱਤੇ ਹੋਣਗੇ ਵੀ ਆਹ ਫਾਰਮੂਲਾ ਡਰਾਈਵ ਕਰੋ,
ਤੇ ਇਹ ਚਾਰ ਫੈਕਟਰ ਤੇ ਡਿਪੈਂਡ ਕਰਦਾ ਹੈ ਤੇ ਅਸੀਂ ਚਾਰਾਂ ਵਿੱਚੋਂ ਜਿਹੜਾ ਉਹਨਾਂ ਚਾਰਾਂ ਨੂੰ ਕੰਬਾਈਨ ਕਰਕੇ 3 ਦੇ ਵਿੱਚ ਜਿਹੜਾ ਅਸੀਂ ਉਹਨੂੰ ਕਨਵਰਟ ਕਰਾਂਗੇ, ਉਹ ਅਸੀਂ ਜਦੋਂ ਨੈਕਸਟ ਨਿਊਮੈਰੀਕਲ ਕੱਢਾਂਗੇ ਉਹ 'ਚ ਸਿੱਖਾਂਗੇ। ਅੱਜ ਦਾ ਜਿਹੜਾ ਨਿਊਮੈਰੀਕਲ ਹੈ ਕਾਫੀ ਸਿੰਪਲ ਹੈ, ਇਹਨੂੰ ਪਹਿਲਾਂ ਧਿਆਨ ਨਾਲ ਦੇਖੋ। ਟਾਈਮ ਪੀਰੀਅਡ ਇਜ਼ ਇਕੁਅਲ ਟੂ k m ਦੀ ਪਾਵਰ a l ਦੀ ਪਾਵਰ b g ਦੀ ਪਾਵਰ ਤੁਹਾਡੇ ਕੋਲ ਕਿੰਨੀ ਆ ਗਈ, c ਆ ਗਈ। a ਦੀ ਵੈਲਿਊ ਵੀ ਫਾਈਂਡ ਕਰਨੀ ਹੈ, b ਦੀ ਵੈਲਿਊ ਵੀ ਫਾਈਂਡ ਕਰਨੀ ਹੈ, c ਦੀ ਵੈਲਿਊ ਵੀ ਫਾਈਂਡ ਕਰਨੀ ਹੈ। ਸਾਡੇ ਕੋਲ 3 ਵੇਰੀਏਬਲ ਨੇ ਜਿਨ੍ਹਾਂ ਦੀ ਵੈਲਿਊ ਫਾਈਂਡ ਕਰਨੀ ਹੈ। ਜੇ 3 ਵੇਰੀਏਬਲ ਨੇ ਤੇ ਅਸੀਂ 10th ਕਲਾਸ 'ਚ ਪੜਿਆ ਜਿੰਨੇ ਵੇਰੀਏਬਲ ਹੋਣ ਸਾਨੂੰ ਘੱਟੋ ਘੱਟ ਓਨੀਆਂ ਇਕੁਏਸ਼ਨਾਂ ਚਾਹੀਦੀਆਂ ਨੇ, ਫਿਰ ਅਸੀਂ ਇਹਨਾਂ ਦੀ ਜਿਹੜੀ ਵੈਲਿਊ ਹੈ ਉਹ ਫਾਈਂਡ ਆਊਟ ਕਰ ਸਕਦੇ ਹਾਂ। ਹੁਣ ਕੀ ਕਰਦੇ ਹਾਂ, ਇਹਨਾਂ ਸਾਰਿਆਂ ਦੀ ਡਾਈਮੈਂਸ਼ਨ ਜਿਹੜੀ ਹੈ ਅਸੀਂ ਪੁੱਟ ਕਰਾਂਗੇ। ਨਾਓ ਇੱਥੇ ਲਾਈਨ ਤੁਸੀਂ ਲਿਖੋਗੇ, ਪੁੱਟ ਦਾ ਡਾਈਮੈਂਸ਼ਨ ਆਫ t m l ਤੇ g, ਇਹਨਾਂ ਸਾਰਿਆਂ ਦੀ ਜਿਹੜੀ ਹੈ ਡਾਈਮੈਂਸ਼ਨ ਅਸੀਂ ਇਸ ਇਕੁਏਸ਼ਨ ਦੇ ਵਿੱਚ ਜਿਹੜੀ ਆ ਉਹ ਪੁੱਟ ਕਰਨ ਲੱਗੇ ਆ। ਨਾਓ ਇਹ ਉੱਪਰੋਂ ਮੈਂ ਰੱਬ ਕਰਨ ਲੱਗਾ। ਹੁਣ ਪਹਿਲਾ ਜਿਹੜਾ ਸਮ ਹੈ ਸਾਡਾ t, ਇਟ ਇਜ਼ ਅ ਟਾਈਮ ਪੀਰੀਅਡ। ਜੀ ਇਹ ਟਾਈਮ ਪੀਰੀਅਡ ਹੈ ਤੇ ਇਸ ਦੀ ਡਾਈਮੈਂਸ਼ਨ ਆਏਗੀ m0 l0 t1 ਆ ਗਿਆ। ਦਿਸ ਇਜ਼ ਅ ਡਾਈਮੈਂਸ਼ਨ। ਅੱਗੇ ਆ ਗਿਆ ਇਕੁਅਲ, k is a constant, ਇਹਦੀ ਕੋਈ ਡਾਈਮੈਂਸ਼ਨ ਨਹੀਂ। what is m? mass m1 l0 t0, it is a mass of bob। ਉੱਪਰ ਪਾਵਰ ਸਾਡੀ ਜਿਹੜੀ ਹੈ ਉਹ ਆ ਗਈ a। now l length ਵਾਸਤੇ ਸਾਡੇ ਕੋਲ ਆ ਜਾਏਗਾ m0 l1 t0, ਉੱਪਰ ਪਾਵਰ ਆ ਗਈ ਸਾਡੀ b। now g, it is acceleration due to gravity, ਇਹਦੀ ਡਾਈਮੈਂਸ਼ਨ m0 l1 t-2, ਉੱਪਰ ਆ ਗਈ ਸਾਡੇ ਕੋਲ ਪਾਵਰ c ਆ ਗਈ। now ਇਹ ਇਕੁਏਸ਼ਨ ਜਿਹੜੀ ਹੈ ਮੈਂ ਲਾਸਟ ਵਿੱਚ ਜਿਹੜੀ ਹੈ ਦੁਬਾਰਾ ਲਿਖਾਂਗਾ। ਹੁਣ ਅਸੀਂ ਇਹਨੂੰ ਜਿਹੜਾ ਰੱਬ ਕਰਨ ਲੱਗੇ ਹਾਂ। ਅਸੀਂ ਕੀ ਕੀਤਾ, ਸਾਰੀ ਡਾਈਮੈਂਸ਼ਨਸ ਜਿਹੜੀਆਂ ਨੇ ਅਸੀਂ ਪੁੱਟ ਕਰਤੀਆਂ। now m0 l0 t1 ਇਕੁਅਲ ਟੂ, ਇਸ ਪਾਵਰ ਨੂੰ ਜਿਹੜੀ ਹੈ ਇਹਨਾਂ ਦੀ ਜਿਹੜੀਆਂ ਡਾਈਮੈਂਸ਼ਨਸ ਨਾਲ ਸਭ ਨੂੰ ਆਪਣਾ ਆਪਣਾ ਮਲਟੀਪਲਾਈ ਕਰ ਦੇਣਾ ਹੈ। ਇਹ ਕੱਲ ਵੀ ਡਿਸਕਸ ਕੀਤਾ, m ਦੀ ਪਾਵਰ a l ਦੀ ਪਾਵਰ 0 t ਦੀ ਪਾਵਰ, ਫਿਰ ਆ ਗਿਆ ਨਾਲ ਇੱਥੇ ਆ ਗਿਆ ਸਾਡੇ ਕੋਲ m0 ਰਹੇਗਾ, l ਦੀ ਪਾਵਰ ਸਾਡੇ ਕੋਲ b ਆ ਜਾਏਗਾ, t ਦੀ ਪਾਵਰ ਸਾਡੇ ਕੋਲ 0, ਅਗੇਨ ਸਾਡੇ ਕੋਲ m0 lc, ਇੱਥੇ c ਆ ਜਾਏਗਾ ਤੇ t ਦੀ ਪਾਵਰ ਜਦੋਂ ਮਲਟੀਪਲਾਈ ਕਰੋਗੇ ਇਟ ਵਿਲ ਬੀ -2c। ਨਾਓ m0 l0 t1, this is the dimension of time period। ਇਹ ਸਾਰੀਆਂ ਮਲਟੀਪਲਾਈ ਹੋ ਰਹੀਆਂ ਨੇ, ਇਹਨਾਂ ਨੂੰ ਅਸੀਂ ਜਿਹੜਾ ਹੈ m ਵਾਲੀਆਂ ਟਰਮਾਂ ਇਕੱਠੀਆਂ ਕਰਾਂਗੇ, l ਵਾਲੀਆਂ ਟਰਮਾਂ ਜਿਹੜੀਆਂ ਇਕੱਠੀਆਂ ਕਰਨ ਲੱਗੇ ਆ। ਨਾਓ m ਚੈੱਕ ਕਰੋ, ਇੱਥੇ a ਹੈ, ਇੱਥੇ 0, ਇੱਥੇ ਵੀ 0, ਟੋਟਲ ਕਿੰਨੀਆਂ ਹੋ ਗਈਆਂ, a + 0 + 0 ਸਾਡੇ ਕੋਲ ਆ ਗਿਆ a। ਨਾਓ ਲੈਂਥ 0 + b + c, ਸਾਡੇ ਕੋਲ ਜਿਹੜੀਆਂ ਪਾਵਰਾਂ l ਦੀਆਂ ਇਕੱਠੀਆਂ ਕਰ ਲੀਆਂ, ਇਹਦੀ ਤੇ 0 ਹੀ ਹੈ, b + c ਆ ਗਿਆ। ਅੱਗੇ ਆ ਗਿਆ t, ਇੱਥੇ ਕੋਈ ਪਾਵਰ ਨਹੀਂ ਹੈ, ਇੱਥੇ ਵੀ ਕੋਈ ਪਾਵਰ ਨਹੀਂ ਹੈ, ਸਾਡੇ ਕੋਲ ਜਿਹੜੀ ਹੈ ਪਾਵਰ ਆ ਗਈ -2c। this is the term after combining m l t powers। ਇਹਨਾਂ ਪਾਵਰਸ ਨੂੰ ਅਸੀਂ ਬੇਟਾ ਇਕੱਠਾ ਕਰ ਲਿਆ। ਨਾਓ ਸਾਡੇ ਕੋਲ ਇੱਕ ਲੈਫਟ ਸਾਈਡ ਹੈ ਤੇ ਇੱਕ ਸਾਡੇ ਕੋਲ ਰਾਈਟ ਸਾਈਡ ਹੈ, ਵਿਚਕਾਰ ਇਕੁਅਲ ਹੈ। ਇਹਦਾ ਮਤਲਬ ਹੈ ਕਿ ਲੈਫਟ ਸਾਈਡ ਤੇ ਰਾਈਟ ਸਾਈਡ ਆਪਸ ਵਿੱਚ ਇਕੁਅਲ ਹੈ। ਇਧਰ ਵੀ mlt, ਉਧਰ ਵੀ mlt। ਜੇ ਆ ਦੋਨੋਂ ਆਪਸ ਵਿੱਚ ਇਕੁਅਲ ਨੇ ਤੇ ਇਹਦਾ ਮਤਲਬ ਇਹਨਾਂ ਦੀ ਜਿਹੜੀ ਪਾਵਰਸ ਵੀ ਜਿਹੜੀਆਂ ਹੋਣਗੀਆਂ ਉਹ ਵੀ ਇਕੁਅਲ ਹੀ ਹੋਣਗੀਆਂ। ਇਹ ਦੋ ਟਰਮਸ ਜਿਹੜੀਆਂ ਇਕੁਅਲ ਆ ਰਹੀਆਂ, ਇਧਰ mlt ਹੈ, ਇਧਰ ਵੀ mlt ਹੈ, ਤੇ ਇਹ ਇਕੁਅਲ ਤਦ ਹੀ ਹੋਣਗੀਆਂ ਜੇਕਰ a ਕਿਹਦੇ ਇਕੁਅਲ ਹੋਏਗਾ, 0 ਦੇ ਇਕੁਅਲ, ਕਿਉਂਕਿ m ਵਾਲੀਆਂ ਟਰਮਾਂ ਸੇਮ ਹੋਣੀ ਚਾਹੀਦੀਆਂ। ਜੇ a 0 ਹੋਇਆ ਇਹਦਾ ਮਤਲਬ ਇਧਰ ਵੀ 0। ਜੇ b + c ਦੀ ਗੱਲ ਕਰੀਏ, ਇਹ ਕਿਹਦੇ ਇਕੁਅਲ ਹੋਏਗਾ, ਆ ਵੀ 0 ਦੇ ਇਕੁਅਲ ਹੋਏਗਾ।
ਤੇ -2c ਕਿਹਦੇ ਕੋਲ ਹੋਏਗਾ, ਉਹ 1 ਦੇ ਇਕੁਅਲ ਹੋਣਾ ਚਾਹੀਦਾ। ਤਾਂ ਇਹ ਦੋ ਇਕੁਏਸ਼ਨਾਂ ਜਿਹੜੀਆਂ ਨੇ ਇਕੁਅਲ ਆਣੀਆਂ। ਇੱਥੇ ਇੱਕ ਲਾਈਨ ਲਿਖਾਂਗੇ, ਇਕੁਏਟਿੰਗ the powers of m, l and t on both side, ਦੋਨੋਂ ਸਾਈਡ ਤੇ ਅਸੀਂ ਇਹਨਾਂ ਦੀ ਪਾਵਰ ਨੂੰ ਜਿਹੜਾ ਹੈ ਇਕੁਏਟ ਕਰਾਂਗੇ। ਨਾਓ what is the value of a ਦੀ ਵੈਲਿਊ 0, m ਨੂੰ m ਨਾਲ ਕੰਪੇਅਰ ਕਰਨਾ ਹੈ, ਇਹ ਧਿਆਨ ਰੱਖਣਾ ਹੈ। a ਦੀ ਵੈਲਿਊ ਸਾਡੇ ਕੋਲ ਆ ਗਈ 0, this is number 1। ਨੰਬਰ 1 ਪਹਿਲਾਂ ਪਾਇਆ ਸੀ ਅਸੀਂ, ਇਹਨੂੰ 2 ਬੋਲਤਾ। b plus c ਦੀ ਵੈਲਿਊ ਉਹ ਵੀ ਸਾਡੇ ਕੋਲ ਆ ਗਈ 0, this is ਇਕੁਏਸ਼ਨ ਨੰਬਰ 3 ਆ ਗਈ। ਨਾਓ -2c, ਜਿਹੜਾ -2c ਹੈ ਇਹਦੀ ਜਿਹੜੀ ਵੈਲਿਊ ਹੈ it will be equal to 1, this is ਇਕੁਏਸ਼ਨ ਨੰਬਰ 4। ਸਾਡੇ ਕੋਲ ਹਮੇਸ਼ਾ 3 ਇਕੁਏਸ਼ਨਾਂ ਬਣਨਗੀਆਂ, ਇਹਨਾਂ ਨੂੰ ਹੀ ਅਸੀਂ ਸਿਰਫ ਸੋਲਵ ਕਰਕੇ a, b ਤੇ c ਦੀ ਵੈਲਿਊ ਫਾਈਂਡ ਆਊਟ ਕਰਨੀ ਹੈ। ਜਿਸ ਤਰ੍ਹਾਂ ਤੁਸੀਂ 10th ਕਲਾਸ ਦੇ ਵਿੱਚ ਲੀਨੀਅਰ ਇਕੁਏਸ਼ਨ ਆਪਾਂ ਸਟੱਡੀ ਕਰਦੇ ਹਾਂ, ਉਹਦੇ ਵਿੱਚ ਅਸੀਂ a, b, c ਦੀ ਵੈਲਿਊ ਜਿਹੜੀ ਹੈ ਐਲੀਮੀਨੇਸ਼ਨ ਮੈਥਡ ਦੇ ਨਾਲ ਜਾਂ 2312 ਫਾਰਮੂਲਾ ਲਗਾ ਕੇ, ਜਿਸ ਤਰ੍ਹਾਂ ਵੀ ਤੁਸੀਂ ਕਰਨਾ ਚਾਹੋ, ਇਹ ਇਕੁਏਸ਼ਨ ਸੋਲਵ ਕਰਨੀ ਹੈ। ਇਹ ਜਿਹੜਾ ਨੂਮੈਰੀਕਲ ਹੈ ਬਹੁਤ ਈਜ਼ੀ ਹੈ। ਸਿਰਫ ਤੇ ਸਿਰਫ ਸਟੂਡੈਂਟਸ ਨੂੰ ਪ੍ਰੋਬਲਮ ਕਿੱਥੇ ਆਉਂਦੀ ਹੈ, ਜਦੋਂ ਇੱਥੇ 3 ਇਕੁਏਸ਼ਨਾਂ ਬਣਦੀਆਂ ਨੇ, ਉਹਨੂੰ ਸੋਲਵ ਕਰਨ ਦੀ ਕਈ ਵਾਰੀ ਬੱਚੇ ਜਿਹੜੇ ਆ ਉਹ ਪ੍ਰੋਬਲਮ ਜਿਹੜੀ ਆ ਉਹ ਖੜੀ ਕਰ ਲੈਂਦੇ ਨੇ। ਇਸ ਕਰਕੇ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਲੀਨੀਅਰ ਇਕੁਏਸ਼ਨ ਸੋਲਵ ਕਰਨ ਦੀ ਕੋਸ਼ਿਸ਼ ਕਰੋ, ਤਾਂ ਜੋ ਇਹ ਨੂਮੈਰੀਕਲ ਜਿਹੜਾ ਹੈ ਬਹੁਤ ਈਜ਼ੀਲੀ ਜਿਹੜਾ ਤੁਹਾਡਾ ਉਹ ਸੋਲਵ ਹੋ ਜਾਏ। ਨਾਓ a = 0, ਇਹ ਤੇ ਕਲੀਅਰ ਹੀ ਹੋ ਗਿਆ। a ਦੀ ਵੈਲਿਊ ਸਾਨੂੰ ਪਤਾ ਲੱਗ ਗਈ ਹੈ ਕਿ ਉਹ 0 ਹੈ। ਇੱਥੋਂ ਸਾਡੀ ਵੈਲਿਊ ਨਿਕਲ ਆਏਗੀ ਇਕੁਏਸ਼ਨ ਨੰਬਰ 4 ਚੋਂ, ਸਿਰਫ ਇੱਕੋ ਵੇਰੀਏਬਲ ਹੈ, ਅਸੀਂ c ਨਿਕਾਲ ਸਕਦੇ ਹਾਂ। c ਦੀ ਵੈਲਿਊ ਕਿਹੜੀ ਆਏਗੀ? ਨਾਓ c will be equal to r, ਜਿਹੜਾ ਉਹਦੇ ਨੀਚੇ ਚਲਾ ਜਾਏਗਾ, -1/2। ਨਾਓ c ਦੀ ਵੈਲਿਊ ਵੀ ਆ ਗਈ, a ਤੇ ਸਾਨੂੰ ਆਲਰੇਡੀ ਪਤਾ ਲੱਗ ਗਿਆ 0। ਹੁਣ c ਵੀ ਹੈ, a ਵੀ ਹੈ। ਨਾਓ ਸੈਕੰਡ ਇਕੁਏਸ਼ਨ ਦੇ ਵਿੱਚ b plus c, ਜੇ ਮੈਂ ਆ c ਦੀ ਵੈਲਿਊ ਇੱਥੇ ਪੁੱਟ ਕਰ ਦਵਾਂ ਤਾਂ ਸਾਡੇ ਕੋਲ ਵੈਲਿਊ ਜਿਹੜੀ ਹੈ ਉਹ b ਦੀ ਨਿਕਲ ਆਏਗੀ। ਤੇ b ਦੀ ਕਿਸ ਤਰ੍ਹਾਂ ਨਿਕਾਲੋਗੇ? ਪੁੱਟ ਦਾ ਵੈਲਿਊ ਆਫ c, ਇਹ ਤੁਸੀਂ ਆਪ ਲਿਖਣਾ ਹੈ, ਪੁੱਟ ਦਾ ਵੈਲਿਊ ਆਫ c ਇਨ ਇਕੁਏਸ਼ਨ ਨੰਬਰ 3 ਵੀ ਗੈਟ, ਕੀ ਆਏਗਾ ਸਾਡੇ ਕੋਲ? ਇੱਥੇ b ਆ ਗਿਆ, ਇੱਥੇ ਪਲੱਸ, ਇੱਥੇ ਆ ਗਿਆ ਸਾਡੇ ਕੋਲ -1/2। c ਦੀ ਵੈਲਿਊ ਅਸੀਂ ਪੁੱਟ ਕਰਤੀ, ਇਕੁਅਲ ਟੂ ਕਿੰਨਾ ਹੈ? 0। ਤੇ ਆਹ ਵੈਲਿਊ ਜਿਹੜੀ ਹੈ ਉਧਰ ਲੈ ਕੇ ਜਾਓਗੇ ਤੇ ਸਾਡੇ ਕੋਲ ਪਲੱਸ ਦੀ ਹੋ ਜਾਏਗੀ। b ਦੀ ਵੈਲਿਊ ਸਾਡੇ ਕੋਲ ਆ ਗਈ 1/2, c ਦੀ ਵੈਲਿਊ -1/2, a ਦੀ ਵੈਲਿਊ 0, b ਦੀ ਵੈਲਿਊ ਸਾਡੇ ਕੋਲ ਆ ਗਈ 1/2। ਨਾਓ ਇਹ ਤਿੰਨੋਂ ਜਿਹੜੀਆਂ ਵੈਲਿਊਜ਼ ਨੇ ਅਸੀਂ ਇਕੁਏਸ਼ਨ ਨੰਬਰ ਜਿਹੜੀ ਹੈ ਸਾਡੇ ਕੋਲ ਫਸਟ, ਉਹਦੇ ਵਿੱਚ ਅਸੀਂ ਜਿਹੜਾ ਇਹਨੂੰ ਪੁੱਟ ਕਰਨ ਲੱਗੇ ਆ। ਸਾਡੀ ਜਿਹੜੀ ਹੈ ਫਸਟ ਇਕੁਏਸ਼ਨ ਕੀ ਬਣੇਗੀ? ਸਾਡੇ ਕੋਲ ਕਿਹੜੀ ਇਕੁਏਸ਼ਨ ਸੀ? t = k, m ਦੀ ਪਾਵਰ ਸੀਗੀ ਸਾਡੇ ਕੋਲ a, l ਦੀ ਪਾਵਰ ਸੀਗੀ ਸਾਡੇ ਕੋਲ b, ਤੇ ਸਾਡੇ ਕੋਲ ਜਿਹੜਾ g ਸੀ ਉਹਦੀ ਪਾਵਰ ਸੀ c। ਇਹ ਹੀ ਸਾਡੀ ਇਕੁਏਸ਼ਨ ਨੰਬਰ 1। ਨਾਓ ਇਹਦੇ ਵਿੱਚ ਅਸੀਂ ਵੈਲਿਊ ਪੁੱਟ ਕਰਨ ਲੱਗੇ ਆ। ਨਾਓ k ਦਾ k, m ਉੱਪਰ ਪਾਵਰ ਹੈ a ਦੀ ਵੈਲਿਊ ਕਿੰਨੀ ਹੋ ਗਈ? 0। ਅੱਗੇ ਆ ਗਿਆ l ਦੀ ਪਾਵਰ ਹੈ b ਦੀ ਵੈਲਿਊ ਹੋ ਗਈ ਸਾਡੇ ਕੋਲ 1/2। ਅੱਗੇ ਆ ਗਿਆ g ਦੇ ਉੱਤੇ ਜਿਹੜੀ ਵੈਲਿਊ ਹੈ -1/2, this is -1/2 and this is equal to, ਕਿਸੇ ਦੀ ਪਾਵਰ ਜਿਹੜੀ ਹੈ ਜੇ ਉਹ 0 ਹੈ ਤੇ ਇਹਦਾ ਮਤਲਬ ਉਹ 1, ਇਹ ਤੇ 1 ਹੋ ਗਿਆ, ਕਿਸੇ ਦੀ ਪਾਵਰ 0। ਸਾਡੇ ਕੋਲ ਰਹਿ ਗਿਆ k, l ਦੀ ਜਿਹੜੀ ਹੈ ਪਾਵਰ 1/2 ਦਾ ਮਤਲਬ ਹੋ ਗਿਆ ਸਾਡੇ ਕੋਲ ਸਕੁਅਰ ਰੂਟ, ਤੇ ਮਾਈਨਸ ਨੂੰ ਅਸੀਂ ਪਹਿਲਾਂ ਪੋਜ਼ਿਟਿਵ ਚ ਕਨਵਰਟ ਕਰਾਂਗੇ, ਉਹ ਨੀਚੇ ਜਾ ਕੇ ਜਿਹੜਾ ਹੈ ਉਹ ਸਕੁਅਰ ਰੂਟ ਹੋ ਜਾਏਗਾ। ਜੇ ਇੱਥੇ ਪਲੱਸ ਹੁੰਦਾ ਤਾਂ ਉੱਪਰ ਸਕੁਅਰ ਰੂਟ ਹੋਣਾ ਸੀ, ਪਰ ਇਹ ਮਾਈਨਸ ਹੈ, ਮਾਈਨਸ ਕਰਕੇ ਜਿਹੜਾ ਹੈ g ਨੀਚੇ ਚਲਾ ਗਿਆ, ਨੀਚੇ ਜਾ ਕੇ ਪਾਵਰ ਜਿਹੜੀ ਹੈ ਉਹ ਪਲੱਸ ਚ ਹੋ ਗਈ। ਇਸ ਤਰ੍ਹਾਂ ਦੇਖੋ ਬੇਟਾ, g ਦੀ ਪਾਵਰ -2 ਨੂੰ ਅਸੀਂ ਲਿਖ ਸਕਦੇ ਹਾਂ 1/g ਦੀ ਪਾਵਰ, ਇਹ ਬਣ ਜਾਏਗਾ ਸਾਡੇ ਕੋਲ ਲਾਈਕ ਦਿਸ। ਮੈਂ ਇੱਥੇ ਸਿੱਧਾ ਲਿਖ ਦਿੱਤਾ। ਨਾਓ
k ਦਾ k l over g ਅਸੀਂ ਇਕੱਠੇ ਕਰ ਲੈਂਦੇ ਦੋਨੋਂ ਉੱਪਰ ਸਕੁਅਰ ਰੂਟ ਹੈ l divided by g ਉੱਪਰ ਤੁਹਾਡੇ ਕੋਲ ਆ ਗਿਆ ਅੰਡਰ ਰੂਟ। ਨਾਓ this is the formula for time period of a simple pendulum। time period of simple pendulum ਕਿਹਦੇ ਇਕੁਅਲ ਆਇਆ ਅੰਡਰ ਰੂਟ l over g। ਹੁਣ ਤੁਸੀਂ ਨੋਟ ਕੀਤਾ ਸਟਾਰਟਿੰਗ ਤੇ 3 ਫੈਕਟਰ ਗਿਵਨ ਸੀ ਕਿ ਟਾਈਮ ਪੀਰੀਅਡ ਮਾਸ ਤੇ ਡਿਪੈਂਡ ਕਰਦਾ ਹੈ, ਪਰ ਅਸੀਂ ਦੇਖਿਆ ਮਾਸ ਉੱਤੇ ਤੇ ਪਾਵਰ 0 ਆਈ ਤੇ ਪਾਵਰ 0 ਹੋਣ ਕਰਕੇ ਉਹ 1 ਹੋ ਗਿਆ। ਕਿਸੇ ਦੀ ਪਾਵਰ ਜਿਹੜੀ 0 ਹੈ ਉਹ 1 ਹੈ, x ਦੀ ਪਾਵਰ 0 ਉਹ ਵੀ 1। ਨਾਓ ਇਟ ਮੀਨਸ ਫਾਰਮੂਲੇ ਦੇ ਵਿੱਚ ਦੇਖੋ m ਨਹੀਂ ਆਇਆ, ਇਹਦਾ ਮਤਲਬ ਟਾਈਮ ਪੀਰੀਅਡ ਜਿਹੜਾ ਹੈ ਮਾਸ ਆਫ ਪੈਂਡੂਲਮ ਦੇ ਉੱਤੇ ਡਿਪੈਂਡ ਨਹੀਂ ਕਰਦਾ। ਨਾਓ ਅਸੀਂ ਕਿਹਾ ਸੀ ਕਿ ਲੈਂਥ ਤੇ ਡਿਪੈਂਡ ਕਰਦਾ ਹੈ, ਹੁਣ ਸਾਨੂੰ ਕੀ ਪਤਾ ਸੀ ਕਿ ਲੈਂਥ ਦੀ ਕਿਹੜੀ ਪਾਵਰ ਤੇ ਡਿਪੈਂਡ ਕਰਦਾ ਹੈ, ਉਹ ਕਿਹੜੀ ਪਾਵਰ ਹੈ ਹਾਫ, ਕਹਿਣ ਦਾ ਮਤਲਬ ਸਕੁਅਰ ਰੂਟ ਆਫ ਲੈਂਥ ਦੇ ਉੱਤੇ ਡਿਪੈਂਡ ਕਰਦਾ ਹੈ। ਤੇ ਗ੍ਰੈਵਿਟੀ ਜਿਹੜੀ ਹੈ ਉਹ ਵੀ ਸਕੁਅਰ ਰੂਟ ਦੇ ਉੱਪਰ ਡਿਪੈਂਡ ਕਰਦੀ ਹੈ, ਪਰ ਉਹ ਦੇਖੋ ਮਾਈਨਸ ਸਾਈਨ ਹੋਣ ਕਰਕੇ ਉਹ ਨੀਚੇ ਆ ਗਈ। ਨੀਚੇ ਆਉਣ ਦਾ ਮਤਲਬ ਹੈ ਕਿ ਟਾਈਮ ਪੀਰੀਅਡ ਤੇ ਗ੍ਰੈਵਿਟੀ ਆਪਸ ਵਿੱਚ ਇਨਵਰਸਲੀ ਇੱਕ ਵਧੇਗਾ ਦੂਸਰਾ ਘਟੇਗਾ। ਇਸ ਤਰ੍ਹਾਂ ਜਿਹੜਾ ਹੈ ਅਸੀਂ ਡਾਈਮੈਂਸ਼ਨ ਦੇ ਨਾਲ ਅਸੀਂ ਫਾਰਮੂਲਾ ਡਰਾਈਵ ਕਰ ਸਕਦੇ ਹਾਂ। ਸਾਨੂੰ ਸਿਰਫ ਤੇ ਸਿਰਫ ਫਾਰਮੂਲਾ ਡਰਾਈਵ ਕਰਨ ਵਾਸਤੇ ਪਹਿਲਾਂ ਲੱਭਣਾ ਪਏਗਾ ਕਿ ਫਾਰਮੂਲਾ ਕੀ ਦਾ ਡਰਾਈਵ ਕਰਨਾ ਹੈ। ਜਿਹਦਾ ਫਾਰਮੂਲਾ ਡਰਾਈਵ ਕਰਨਾ ਹੈ ਉਹ ਲੈਫਟ ਸਾਈਡ ਤੇ, ਉਸ ਤੋਂ ਬਾਅਦ ਜਿਹੜੇ ਜਿਹੜੇ ਫੈਕਟਰ ਤੇ ਉਹ ਡਿਪੈਂਡ ਕਰਦਾ ਹੈ ਉਹਦੇ ਉੱਤੇ ਪਾਵਰ ABC ਪਾਣੀ ਹੈ, ਇਸ ਕਰਕੇ ਪਾਣੀ ਹੈ ਡਾਇਰੈਕਟਲੀ ਕਿ ਇਨਵਰਸਲੀ ਕਿਹੜੀ ਪਾਵਰ ਸਾਨੂੰ ਨਹੀਂ ਪਤਾ। ਤੇ ਜਿਹੜਾ ਆ k ਹੈ ਇਹਦੀ ਵੈਲਿਊ ਨੂਮੈਰੀਕਲ ਦੇ ਵਿੱਚ ਗਿਵਨ ਹੈ ਇਟ ਇਜ਼ 2 ਪਾਈ, ਕਿਉਂਕਿ ਇਹ ਵੈਲਿਊ ਮੈਂ ਪਹਿਲਾਂ ਤੁਹਾਨੂੰ ਦੱਸੀ ਕਿ ਉਹ ਵੈਲਿਊ ਜਿਹੜੀ ਹੈ ਅਸੀਂ ਐਕਸਪੈਰੀਮੈਂਟਲੀ ਜਿਹੜੀ ਹੈ ਫਾਈਂਡ ਆਊਟ ਕਰ ਸਕਦੇ ਹਾਂ। ਆਈ ਹੋਪ ਕਿ ਤੁਹਾਨੂੰ ਜਿਹੜਾ ਅੱਜ ਇੱਕ ਜਿਹੜਾ ਨੂਮੈਰੀਕਲ ਤੁਹਾਨੂੰ ਮੈਂ ਕਰਵਾਇਆ ਉਹ ਕਲੀਅਰ ਹੋ ਗਿਆ ਹੋਵੇਗਾ। ਨੈਕਸਟ ਲੈਕਚਰ ਦੇ ਵਿੱਚ ਅਸੀਂ ਹੋਰ ਇਹਦੇ ਨਾਲ ਦੇ ਜਿਹੜੇ ਨੂਮੈਰੀਕਲ ਜਿਹੜੇ ਨੇ ਉਹ ਸੋਲਵ ਕਰਾਂਗੇ। ਥੈਂਕ ਯੂ।